ਨਾਨਕ ਕਹਿੰਦੇ ਹਨ, ਕਰਮ ਨਾਲ ਦੇਹ ਮਿਲਦੀ ਹੈ, ਸੰਸਾਰ ਮਿਲਦਾ ਹੈ, ਕਿਰਪਾ ਦ੍ਰਿਸ਼ਟੀ ਨਾਲ ਮੋਕਸ਼ ਦਾ ਦਵਾਰ ਪ੍ਰਾਪਤ ਹੁੰਦਾ ਹੈ। ਨਾਨਕ ਕਹਿੰਦੇ ਹਨ, ਇਸ ਤਰ੍ਹਾਂ ਜਾਣੋ ਕਿ ਸੱਤਿਆ ਹੀ ਪਰਮਾਤਮਾ ਹੀ ਸਭ ਕੁਝ ਹੈ। ਪਰਮਾਤਮਾ ਤਾਂ ਸਥਾਪਿਤ ਕੀਤਾ ਨਹੀਂ ਜਾ ਸਕਦਾ, ਇਸ ਲਈ ਸੁੰਦਰ ਕਿਵੇਂ ਬਣਾਓਗੇ? ਨਾ ਹੀ ਨਿਰਮਾਣ ਕੀਤਾ ਜਾ ਸਕਦਾ, ਇਸ ਲਈ ਮੂਰਤੀਆਂ ਕਿਵੇਂ ਘੜੋਗੇ? ਉਹ ਨਿਰੰਜਨ ਆਪਣੇ ਵਿੱਚ ਹੀ ਸਭ ਕੁਝ ਹੈ, ਤੁਹਾਨੂੰ ਉਸ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਨਹੀਂ ਸੀ, ਉਹ ਤਦ ਵੀ ਸੀ, ਤੁਸੀਂ ਨਹੀਂ ਹੋਵੋਗੇ, ਉਹ ਤਦ ਵੀ ਰਹੇਗਾ। ਆਦਿ ਸੱਚ ਜੁਗਾਦ ਸੱਚ। ਤੁਸੀਂ ਉਸ ਨੂੰ ਬਣਾਉਣ ਦੀ ਫਿਕਰ ਛੱਡੋ। ਪੂਜਾ ਮੰਦਰ ਮੂਰਤੀ ਇਹਨਾਂ ਨਾਲ ਕੁਝ ਹੋਣਾ ਹਵਾਣਾ ਨਹੀਂ। ਫਿਰ ਕਿਹਦੇ ਨਾਲ ਹੋਵੇਗਾ? ਜਿਨ੍ਹਾਂ ਨੇ ਉਹਦੀ ਸੇਵਾ ਕੀਤੀ, ਆਰਾਧਨਾ ਕੀਤੀ, ਉਹ ਮਹਿਮਾ ਨੂੰ ਪ੍ਰਾਪਤ ਹੋਏ। ਜੇਕਰ ਉਹ ਹੀ ਸਭ ਕੁਝ ਹੈ ਤਾਂ ਸੇਵਾ ਹੀ ਪ੍ਰਾਰਥਨਾ ਹੈ। ਜੇਕਰ ਉਹ ਹੀ ਸਭ ਕੁਝ ਹੈ ਤਾਂ ਸੇਵਾ ਹੀ ਆਰਾਧਨਾ ਹੈ। ਜੇਕਰ ਉਹ ਹੀ ਸਭ ਕੁਝ ਹੈ, ਉਸੇ ਦਾ ਪਸਾਰਾ ਹੈ, ਤਾਂ ਤੁਸੀਂ ਜਿੰਨਾ ਸੇਵਾ ਵਿੱਚ ਲੀਨ ਹੋ ਜਾਓ, ਤੁਸੀਂ ਓਨੇ ਹੀ ਉਸ ਦੇ ਨੇੜੇ ਪੁੱਜ ਗਏ। ਰੁੱਖ ਪਿਆਸਾ ਹੈ, ਪਾਣੀ ਦਿਓ। ਗਾਂ ਭੁੱਖੀ ਹੈ, ਘਾਹ ਰੱਖ ਦਿਓ। ਤੁਸੀਂ ਉਸ ਦੇ ਮੂਹਰੇ ਘਾਹ ਰੱਖ ਰਹੇ ਹੋ, ਤੁਸੀਂ ਉਸੇ ਦੀਆਂ ਜੜ੍ਹਾਂ ਵਿੱਚ ਪਾਣੀ ਪਾ ਰਹੇ ਹੋ। ਬੜੀ ਸੰਵੇਦਨਸ਼ੀਲਤਾ ਚਾਹੀਦੀ ਹੈ ਪ੍ਰਾਰਥਨਾ ਕਰਨ ਲਈ। ਛੋਟੇ ਮੋਟੇ ਮੰਦਰ ਨਾਲ ਨਹੀਂ ਕੁਝ ਹੋਏਗਾ। ਉਹ ਤਾਂ ਬਿਉਂਤਾਂ ਹਨ ਪ੍ਰਾਰਥਨਾ ਤੋਂ ਬਚਣ ਦੀਆਂ। ਇਹ ਮੰਦਰ ਹੈ, ਵਿਰਾਟ ਸੇਵਾ ਦੀ ਭਾਵ ਦਿਸ਼ਾ ਚਾਹੀਦੀ ਹੈ, ਕਿਉਂਕਿ ਉਹੀ ਹੈ। ਜੀਸਸ ਨੇ ਕਿਹਾ, ਜਦ ਜੀਸਸ ਨੂੰ ਸੂਲੀ ਚੜਾਉਣ ਦਾ ਵੇਲਾ ਆਇਆ ਤਾਂ ਉਹਨਾਂ ਦੇ ਸੰਗੀ ਸਾਥੀਆਂ ਨੇ ਪੁੱਛਿਆ, ਹੁਣ ਅਸੀਂ ਕੀ ਕਰਾਂਗੇ? ਤਾਂ ਜੀਸਸ ਨੇ ਕਿਹਾ, ਤੁਸੀਂ ਫਿਕਰ ਨਾ ਕਰੋ। ਜੇਕਰ ਤੁਸੀਂ ਪਿਆਸੇ ਨੂੰ ਪਾਣੀ ਪਿਆਓਗੇ ਤਾਂ ਮੇਰੇ ਕੰਠ ਵਿੱਚ ਪਹੁੰਚ ਜਾਏਗਾ। ਜੇਕਰ ਤੁਸੀਂ ਦੀਨ ਦੁਖੀ ਦੀ ਸੇਵਾ ਕਰੋਗੇ ਤਾਂ ਮੈਨੂੰ ਉੱਥੇ ਲੁਕਿਆ ਪਾਓਗੇ। ਹੋਰ ਜੀਸਸ ਨੇ ਕਿਹਾ, ਜੇਕਰ ਤੁਸੀਂ ਗੁੱਸੇ ਹੋ ਅਤੇ ਹੋਰ ਕਿਸੇ ਨੂੰ ਤੁਸੀਂ ਬੁਰੇ ਸ਼ਬਦ ਕਹਿ ਰਹੇ ਹੋ, ਕਿਸੇ ਉੱਤੇ ਕ੍ਰੋਧ ਕੀਤਾ ਹੈ, ਤਾਂ ਮੰਦਰ ਵਿੱਚ ਆਉਣ ਦਾ ਕੋਈ ਸਾਰ ਨਹੀਂ ਹੈ। ਜੇਕਰ ਤੁਸੀਂ ਮੰਦਰ ਵਿੱਚ ਆ ਵੀ ਗਏ ਹੋਵੋ, ਤੁਸੀਂ ਗੋਡੇ ਵੀ ਟੇਕ ਦਿੱਤੇ, ਤੁਹਾਨੂੰ ਯਾਦ ਆਉਂਦਾ ਹੈ ਤੁਸੀਂ ਕਿਸੇ ਨਾਲ ਨਾਰਾਜ਼ ਹੋ, ਤਾਂ ਉੱਠੋ, ਪਹਿਲਾਂ ਉਸ ਤੋਂ ਮਾਫ਼ੀ ਮੰਗ ਆਓ, ਕਿਉਂਕਿ ਜਦ ਤੱਕ ਉਸ ਨੇ ਮਾਫ਼ ਨਹੀਂ ਕੀਤਾ ਤਦ ਤੱਕ ਪ੍ਰਾਰਥਨਾ ਕਿਵੇਂ ਹੋਵੇਗੀ? ਚਾਰੇ ਪਾਸੇ ਉਸੇ ਦਾ ਪਸਾਰਾ ਹੈ। ਇਸ ਲਈ ਨਾਨਕ ਕਹਿੰਦੇ ਹਨ, ਜਿਨ੍ਹਾਂ ਨੇ ਉਸ ਦੀ ਸੇਵਾ ਕੀਤੀ ਹੈ, ਆਰਾਧਨਾ ਕੀਤੀ ਹੈ, ਉਹਦੀ ਮਹਿਮਾ ਨੂੰ ਪ੍ਰਾਪਤ ਹੋਏ ਨੇ। ਕਿਹੋ ਜਿਹੀ ਆਰਾਧਨਾ? ਸੇਵਾ ਸ਼ਬਦ ਮਹੱਤਵਪੂਰਨ ਹੈ। ਇਹ ਜਿੰਨਾ ਡੂੰਘਾ ਤੁਹਾਡੇ ਅੰਦਰ ਉਤਰ ਜਾਵੇ ਓਨਾ ਚੰਗਾ ਹੈ। ਪਰ ਇਹ ਗੱਲ ਧਿਆਨ ਰੱਖਣੀ ਜ਼ਰੂਰੀ ਹੈ, ਉਹ ਗੱਲ ਫਰਕ ਦੀ ਹੈ। ਤੁਸੀਂ ਜਿਸ ਦੀ ਸੇਵਾ ਕਰ ਰਹੇ ਹੋ ਉਹ ਪਰਮਾਤਮਾ ਹੈ। ਇਹ ਧਾਰਨਾ ਮਹੱਤਵਪੂਰਨ ਹੈ। ਤੁਸੀਂ ਇਸ ਤਰ੍ਹਾਂ ਵੀ ਸੇਵਾ ਕਰ ਸਕਦੇ ਹੋ। ਦੀਨ ਹੈ, ਗਰੀਬ ਹੈ, ਵਿਚਾਰੇ ਦੀ ਸੇਵਾ ਕਰਦੇ ਹੋ। ਜਦ ਤੁਸੀਂ ਕਿਸੇ ਵਿਚਾਰੇ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਉੱਪਰੋਂ, ਵਿਚਾਰਾ ਨੀਵੇਂ ਹੈ। ਤੁਸੀਂ ਕਿਰਪਾ ਕਰ ਰਹੇ ਹੋ, ਸੇਵਾ ਨਹੀਂ। ਫਿਰ ਇਹ ਸਧਾਰਨ ਸਮਾਜਿਕ ਸੇਵਾ ਹੈ, ਇਹ ਸੇਵਾ ਆਰਾਧਨਾ ਨਹੀਂ ਹੈ। ਤੁਸੀਂ ਇੱਕ ਸੋਸ਼ਲ ਵਰਕਰ ਹੋ, ਲਾਇਨਸ ਕਲੱਬ ਦੇ ਮੈਂਬਰ ਹੋ, ਵੀਰ ਸਰਵ ਹੋ। ਸੇਵਾ ਸਾਡਾ ਫਰਜ਼ ਹੈ। ਪਰ ਤੁਸੀਂ ਬਹੁਤ ਆਕੜ ਵਿੱਚ ਹੋ। ਤੁਸੀਂ ਇੱਕ ਛੋਟਾ ਹਸਪਤਾਲ ਬਣਾ ਦਿੰਦੇ ਹੋ ਆਪਣੇ ਨਾਂ ਦੇ ਹੇਠਾਂ, ਕਹਿ ਦਿੰਦੇ ਹੋ ਇਹ ਹਸਪਤਾਲ ਮੈਂ ਬਣਾਇਆ। ਤੁਸੀਂ ਵੱਡਾ ਪੋਰਪੇ ਗੰਡਾ ਕਰਵਾਉਂਦੇ ਹੋ। ਸਮਾਜਿਕ ਸੇਵਾ ਆਰਾਧਨਾ ਨਹੀਂ ਹੈ। ਸਮਾਜਿਕ ਸੇਵਾ ਵਿੱਚ ਤਾਂ ਤੁਸੀਂ ਟੁਕੜੇ ਸੁੱਟ ਰਹੇ ਹੋ ਭੁੱਖਿਆਂ ਦੇ ਦੇਣ ਲਈ। ਬਹੁਤ ਦਇਆ ਕਰ ਰਹੇ ਹੋ, ਅਹਿਸਾਨ ਕਰ ਰਹੇ ਹੋ। ਤੁਸੀਂ ਉੱਪਰ ਹੋ ਗਏ। ਜਿਸ ਦੀ ਤੁਸੀਂ ਸੇਵਾ ਕੀਤੀ ਉਹ ਨੀਵਾਂ ਹੋ ਗਿਆ।
ਉਸ ਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਤਦ ਇਹ ਆਰਾਧਨਾ ਨਹੀਂ ਰਹੀ। ਸੇਵਾ ਤਦ ਆਰਾਧਨਾ ਬਣਦੀ ਹੈ ਜਦ ਤੁਸੀਂ ਜਿਸ ਦੀ ਸੇਵਾ ਕਰ ਰਹੇ ਹੋ ਉਹ ਪਰਮਾਤਮਾ ਹੈ, ਉਹ ਸਾਹਿਬ ਹੈ, ਤੁਸੀਂ ਦਾਸ ਹੋ। ਸ਼ੁਕਰਗੁਜ਼ਾਰ ਉਹ ਨਹੀਂ ਹੈ, ਤੁਸੀਂ ਹੋ ਕਿ ਉਸ ਨੇ ਤੁਹਾਨੂੰ ਮੌਕਾ ਦਿੱਤਾ ਹੈ। ਤੁਸੀਂ ਇੱਕ ਗਰੀਬ ਨੂੰ ਜੇ ਰੋਟੀ ਦਿੱਤੀ ਹੈ ਤਾਂ ਧੰਨਵਾਦ ਵੀ ਦਿਓ। ਪੁਰਾਣਾ ਹਿੰਦੂਆਂ ਦਾ ਨਿਯਮ ਹੈ ਕਿ ਜਦ ਕਿਸੇ ਬ੍ਰਾਹਮਣ ਨੂੰ ਭਿੱਖਿਆ ਦਿਓ ਫਿਰ ਦਕਸ਼ਨਾ ਵੀ ਦਿਓ। ਇਹ ਦਕਸ਼ਨਾ ਕੀ ਹੈ? ਉਸ ਨੇ ਭਿਕਸ਼ਾ ਸਵੀਕਾਰ ਕੀਤੀ ਹੈ, ਉਸ ਦਾ ਧੰਨਵਾਦ ਹੈ। ਉਹ ਸਵੀਕਾਰ ਨਾ ਕਰਦਾ ਤਾਂ ਤੁਸੀਂ ਕੀ ਕਰਦੇ? ਤਾਂ ਪਹਿਲਾਂ ਭਿੱਖਿਆ ਦਿਓ, ਫਿਰ ਦਕਸ਼ਨਾ ਦਿਓ। ਦਕਸ਼ਨਾ ਦਾ ਅਰਥ ਹੈ ਤੁਹਾਡੀ ਬਹੁਤ ਕਿਰਪਾ ਕਿ ਤੁਸੀਂ ਸਾਡੀ ਸੇਵਾ ਸਵੀਕਾਰ ਕੀਤੀ ਹੈ। ਮੇਰੀ ਸੇਵਾ ਭਾਵ ਜਿਸ ਦਿਨ ਤੁਸੀਂ ਉਸ ਦਾ ਸ਼ੁਕਰਾਨਾ ਮਹਿਸੂਸ ਕਰੋਗੇ ਜਿਸ ਦੀ ਤੁਸੀਂ ਸੇਵਾ ਕੀਤੀ ਹੈ, ਤਦ ਆਰਾਧਨਾ ਬਣ ਗਈ। ਤਦ ਸੇਵਾ ਸਮਾਜਿਕ ਗੱਲ ਨਹੀਂ ਰਹੀ, ਇੱਕ ਧਾਰਮਿਕ ਕ੍ਰਿਤਿਆ ਹੋ ਗਿਆ। ਇਸ ਫਰਕ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਜੇਕਰ ਤੁਸੀਂ ਸੇਵਾ ਨਾਲ ਆਕੜ ਗਏ, ਸੇਵਕ ਹੋ ਗਏ, ਤਾਂ ਇਹ ਨਾਨਕ ਦੀ ਆਰਾਧਨਾ ਨਹੀਂ ਹੋਈ। ਸੇਵਾ ਤੁਹਾਡੀ ਨਿਮਰਤਾ ਬਾਣ ਬਣੇਗੀ। ਸੇਵਾ ਦੇਣ ਨੂੰ ਪਰਮਾਤਮਾ ਬਣਾਏਗੀ, ਤੁਹਾਨੂੰ ਦਾਸ ਬਣਾਏਗੀ। ਜਿਹੜਾ ਬਿਲਕੁਲ ਪਿੱਛੇ ਖੜੋਤਾ ਹੈ ਉਹ ਪਹਿਲਾਂ ਹੋ ਜਾਏਗਾ, ਤੁਸੀਂ ਪਿੱਛੇ ਖਲੋ ਜਾਓਗੇ। ਸੇਵਾ ਦਾ ਅਰਥ ਹੈ ਜਿਹੜਾ ਵੀ ਤੁਹਾਨੂੰ ਸੇਵਾ ਦਾ ਮੌਕਾ ਦੇ ਦੇਵੇ ਤੁਸੀਂ ਉਸ ਦੇ ਧੰਨਵਾਦੀ ਹੋਏ। ਉਹ ਨਿਰੰਜਨ ਆਪ ਹੀ ਸਭ ਕੁਝ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਕੀਤੀ ਸੇਵਾ ਉਹਨਾਂ ਨੇ ਬਹੁਤ ਮਾਨ ਪਾਇਆ, ਬਹੁਤ ਮਹਿਮਾ ਮਿਲੀ ਉਹਨਾਂ ਨੂੰ। ਇਹ ਮਾਨ ਤੁਹਾਡਾ ਹੰਕਾਰ ਨਹੀਂ ਹੈ, ਕਿਉਂਕਿ ਇਹ ਮਾਨ ਤਾਂ ਤਦ ਮਿਲੇਗਾ ਜਦੋਂ ਤੁਸੀਂ ਹੰਕਾਰ ਨੂੰ ਮਾਰ ਦਿਓਗੇ। ਤਦ ਉਹ ਬਹੁਤ ਪ੍ਰਕਾਸ਼ ਵਾਲੇ ਹੋਏ, ਤਦ ਉਹਨਾਂ ਵਿੱਚ ਬੁੱਧਤਵ ਗਿਆਨ ਪ੍ਰਗਟ ਹੋਇਆ, ਤਦ ਉਹਨਾਂ ਦੇ ਘਰ ਹਨੇਰਾ ਮਿਟ ਗਿਆ ਅਤੇ ਦੀਵਾ ਜਗਿਆ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਕਹਿੰਦੇ ਹਨ ਕਿ ਉਸ ਗੁਣ ਨਿਧਾਨ ਦਾ ਭਜਨ ਕਰੋ, ਉਸ ਦਾ ਹੀ ਭਜਨ ਕਰੋ, ਸਰਵਣ ਕਰੋ, ਉਸ ਦਾ ਹੀ ਭਾਵ ਮਨ ਵਿੱਚ ਰੱਖੋ। ਇਸ ਤਰ੍ਹਾਂ ਦੁੱਖ ਨੂੰ ਛੱਡ ਕੇ ਸੁੱਖ ਨੂੰ ਘਰ ਲੈ ਜਾਓ। ਉਸ ਗੁਣ ਨਿਧਾਨ ਦਾ ਭਜਨ, ਉਹਦਾ ਹੀ ਸਰਵਣ, ਉਸ ਦਾ ਹੀ ਭਾਓ। ਤੁਸੀਂ ਜੋ ਵੀ ਕਰੋ ਉਸ ਨੂੰ ਤੁਸੀਂ ਪਰਮਾਤਮਾ ਨੂੰ ਅਰਪਣ ਕਰ ਦਿਓ, ਤਦ ਹੀ ਇਹ ਹੋ ਪਾਏਗਾ। ਦੁਕਾਨ ਉੱਤੇ ਬੈਠੋ ਅਤੇ ਗਾਹਕ ਆਵੇ ਤਾਂ ਤੁਸੀਂ ਗਾਹਕ ਨੂੰ ਨਾ ਵੇਖੋ, ਉਸ ਨੂੰ ਹੀ ਵੇਖੋ। ਗਾਹਕ ਦੇ ਨਾਲ ਉਹੋ ਜਿਹਾ ਹੀ ਵਿਵਹਾਰ ਕਰੋ ਜਿਵੇਂ ਪਰਮਾਤਮਾ ਆਇਆ ਹੁੰਦਾ ਹੈ। ਉਸ ਦੇ ਨਾਲ ਵਿਵਹਾਰ ਕਰਦੇ ਹੋਏ ਖੁਦ ਨੂੰ ਮਹਿਸੂਸ ਕਰੋ ਕਿ ਮੈਂ ਪਰਮਾਤਮਾ ਨਾਲ ਵਿਵਹਾਰ ਕਰ ਰਿਹਾ। ਕਿਉਂਕਿ 24 ਘੰਟੇ ਜੇਕਰ ਉਸ ਦੇ ਭਾਵ ਵਿੱਚ ਡੁੱਬਣਾ ਹੈ ਤਾਂ ਇਸ ਤੋਂ ਸਿਵਾਏ ਕੋਈ ਉਪਾਅ ਨਹੀਂ ਹੈਗਾ। ਭੋਜਨ ਕਰੋ ਤਾਂ ਉਹੀ ਭੋਜਨ ਦੇ ਰਾਹੀਂ ਤੁਹਾਡੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਲਈ ਹਿੰਦੂਆਂ ਨੇ ਕਿਹਾ ਹੈ ਅੰਨਮ ਬ੍ਰਹਮ, ਅੰਨ ਬ੍ਰਹਮ ਹੈ। ਤੁਸੀਂ ਐਵੇਂ ਹੀ ਭੋਜਨ ਨਾ ਕਰੋ, ਕਿਉਂਕਿ ਉਹੀ ਖੜਿਆ ਹੈ, ਉਹੀ ਅਨਾਜ ਬਣਿਆ ਹੈ। ਤੁਸੀਂ ਬੜੇ ਸ਼ੁਕਰਾਨੇ ਦੇ ਭਾਵ ਨਾਲ ਉਹਨੂੰ ਗ੍ਰਹਿਣ ਕਰੋ। ਭੋਜਨ ਨੂੰ, ਅੰਨ ਨੂੰ ਜਦ ਤੁਸੀਂ ਬ੍ਰਹਮ ਮੰਨ ਲਵੋਗੇ, ਪਾਣੀ ਪੀਓਗੇ, ਉਹੀ ਪਾਣੀ ਵਿੱਚ ਆਇਆ ਹੈ ਤੁਹਾਡੀ ਪਿਆਸ ਨੂੰ ਸ਼ਾਂਤ ਕਰਨ ਲਈ। ਤਦ ਹੀ ਤਾਂ 24 ਘੰਟੇ ਉਹਦਾ ਭਜਨ ਹੋਵੇਗਾ, ਨਹੀਂ ਤਾਂ ਕਿਵੇਂ ਹੋਵਾਂਗੇ ਅਸੀਂ? ਤੁਸੀਂ ਜਾ ਕੇ ਗੁਰਦੁਆਰੇ ਵਿੱਚ, ਮੰਦਰ ਵਿੱਚ ਘੜੀ ਪਲ ਭਜਨ ਕਰ ਆਉਂਦੇ ਹੋ, ਪਰ ਜਦ ਵੀ ਤੁਸੀਂ ਭਜਨ ਕਰ ਰਹੇ ਹੋਵੋ ਤਾਂ ਮਨ ਭੱਜਦਾ ਫਿਰਦਾ, ਤਦ ਤੁਸੀਂ ਵਿੱਚ ਵਿੱਚ ਘੜੀ ਵੇਖ ਲੈਂਦੇ ਹੋ ਕਿ ਸਮਾਂ ਬਹੁਤਾ ਹੁੰਦਾ ਜਾ ਰਿਹਾ, ਦੁਕਾਨ ਖੋਲ੍ਹਣ ਦਾ ਵੇਲਾ ਹੁੰਦਾ ਜਾ ਰਿਹਾ। ਤੁਸੀਂ ਕਿਵੇਂ ਉਸ ਦਾ ਭਜਨ ਕਰੋਗੇ? ਖੰਡ ਖੰਡ ਭਜਨ ਵਿੱਚ ਨਹੀਂ ਕੀਤਾ ਜਾ ਸਕਦਾ। ਸਵੇਰੇ ਕਰ ਲਿਆ, ਸ਼ਾਮ ਨੂੰ ਕਰ ਲਿਆ, 24 ਘੰਟੇ ਸਧਾਰਨ ਹੋ ਗਏ। ਧਾਰਮਿਕ ਹੋਣਾ 24 ਘੰਟਿਆਂ ਦਾ ਕਰਮ ਹੈ, ਭਾਵ ਹੈ। ਇਸ ਨੂੰ ਤੁਸੀਂ ਕਦੇ ਕਦੇ ਨਹੀਂ ਕਰ ਸਕਦੇ। ਨਾ ਕੋਈ ਧਾਰਮਿਕ ਦਿਨ ਹੈ, ਨਾ ਕੋਈ ਧਾਰਮਿਕ ਘੜੀ ਹੈ। ਸਾਰਾ ਜੀਵਨ ਉਸੇ ਦਾ।
ਸਾਰੀਆਂ ਘੜੀਆਂ ਉਸੇ ਦੀਆਂ ਹਨ। ਤਾਂ ਤੁਸੀਂ ਇਸ ਢੰਗ ਨਾਲ ਜਿਉ। ਧਰਮ ਜਿਉਣ ਦੀ ਇੱਕ ਵੱਖਰੀ ਸ਼ੈਲੀ ਹੈ। ਤੁਸੀਂ ਇਸ ਢੰਗ ਨਾਲ ਜੀਓ ਕਿ ਤੁਸੀਂ ਜੋ ਵੀ ਕਰੋ ਉਹ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨਾਲ ਇੱਕਮਿਕ ਹੋਵੇ। ਨਾਨਕ ਕਹਿੰਦੇ ਹਨ ਕਿ ਉਸ ਗੁਣ ਨਿਧਾਨ ਦਾ ਭਜਨ ਕਰੋ, ਉਹਦਾ ਹੀ ਸਰਵਣ, ਉਸ ਦਾ ਹੀ ਭਾਵ ਕਰੋ। ਤੁਸੀਂ ਮੈਨੂੰ ਇੱਥੇ ਸੁਣ ਰਹੇ ਹੋ, ਤੁਸੀਂ ਐਵੇਂ ਸੁਣ ਸਕਦੇ ਹੋ ਜਿਵੇਂ ਬੋਲਣ ਵਾਲਾ ਕੋਈ ਬੋਲ ਰਿਹਾ ਹੈ। ਤੁਸੀਂ ਐਵੇਂ ਵੀ ਸੁਣ ਸਕਦੇ ਹੋ ਕਿ ਪਰਮਾਤਮਾ ਦੀ ਆਵਾਜ਼ ਆ ਰਹੀ ਹੈ। ਉਸੇ ਪਲ ਤੁਹਾਡੇ ਜੀਵਨ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਏਗਾ। ਉਸ ਦਾ ਹੀ ਭਾਵ ਮਨ ਵਿੱਚ ਰੱਖੋ। ਇਸ ਤਰ੍ਹਾਂ ਦੁੱਖ ਤੋਂ ਛੁੱਟ ਕੇ ਸੁੱਖ ਨੂੰ ਘਰ ਲੈ ਆਓਗੇ। ਤਦ 24 ਘੰਟਿਆਂ ਪਿੱਛੋਂ ਮਿਹਨਤ ਕਰਕੇ ਜਦ ਤੁਸੀਂ ਘਰ ਪੁੱਜੋਗੇ ਤਾਂ ਦੁੱਖ ਦੀ ਥਾਂ ਸੁੱਖ ਲੈ ਆਓਗੇ। ਅਜੇ ਤੁਸੀਂ ਦੁੱਖ ਲਿਆਉਂਦੇ ਹੋ। ਹੁਣ ਇਹ ਗਾਹਕ ਤੁਹਾਨੂੰ ਲੁੱਟ ਕੇ ਲੈ ਕੇ ਗਿਆ, ਕਿਸੇ ਨੇ ਤੁਹਾਡੀ ਜੇਬ ਕੱਟ ਲਈ ਹੈ। ਹੁਣੇ ਤੁਸੀਂ ਜੋ ਵੀ ਖਾਧਾ ਚੰਗਾ ਨਹੀਂ ਸੀ, ਸ਼ਿਕਾਇਤ ਰਹੀ ਹੈ। ਤੁਸੀਂ ਜੋ ਵੀ ਪਹਿਨਿਆ ਸੋਹਣਾ ਨਹੀਂ ਸੀ, ਮਜਬੂਰੀ ਸੀ। ਤੁਸੀਂ ਦੁੱਖ ਇਕੱਠਾ ਕਰਦੇ ਹੋ। ਜੇਕਰ ਤੁਹਾਨੂੰ ਪਰਮਾਤਮਾ ਸਾਰੇ ਪਾਸੇ ਵਿਖਾਈ ਦੇਣ ਲੱਗ ਪਵੇ, ਤੁਸੀਂ ਜੋ ਵੀ ਕਰੋ ਉਹਦੀ ਝਲਕ ਮਿਲਣ ਲੱਗੇ, ਤਾਂ ਨਾਨਕ ਕਹਿੰਦੇ ਹਨ ਤੁਸੀਂ ਸੁੱਖ ਘਰ ਲੈ ਜਾਓਗੇ। ਨਾ ਕੇਵਲ ਇਸ ਸਧਾਰਨ ਸੁੱਖ ਵਿੱਚ ਘਰ ਜਾਓਗੇ, ਮਰਨ ਵੇਲੇ ਜਦ ਅਸਲੀ ਘਰ ਜਾਣ ਲੱਗੋਗੇ ਤਾਂ ਤੁਸੀਂ ਸੁੱਖ ਹੀ ਸੁੱਖ ਨਾਲ ਲੈ ਜਾਓਗੇ। ਤੁਸੀਂ ਪੂਰਨ ਹੋ ਕੇ ਜਾਓਗੇ, ਤੁਸੀਂ ਭਰੇ ਪੂਰੇ ਜਾਓਗੇ। ਤਦ ਤੁਸੀਂ ਰੋਂਦੇ ਰੋਂਦੇ ਨਹੀਂ, ਨੱਚਦੇ ਨੱਚਦੇ ਜਾਓਗੇ। ਹੋਰ ਜੇਕਰ ਮੌਤ ਨਾਚ ਨਾ ਬਣ ਜਾਏ ਤਾਂ ਸਮਝ ਲੈਣਾ ਜੀਵਨ ਵਿਅਰਥ ਹੈ। ਜੇ ਮੌਤ ਇੱਕ ਆਨੰਦ ਉਤਸਵ ਨਾ ਬਣ ਜਾਏ ਤਾਂ ਸਮਝ ਲੈਣਾ ਜੀਵਨ ਵਿਅਰਥ ਹੈ। ਕਿਉਂਕਿ ਤੁਸੀਂ ਘਰ ਮੁੜ ਰਹੇ ਹੋ। ਘਰ ਜਾਂਦੇ ਵੇਲੇ ਜੇਕਰ ਹਿਰਦਾ ਤੁਹਾਡਾ ਆਨੰਦ ਨਾਲ ਭਰਿਆ ਹੋਇਆ ਨਹੀਂ ਤਾਂ ਜੀਵਨ ਵਿੱਚ ਤੁਸੀਂ ਸਿਰਫ ਦੁੱਖ ਹੀ ਦੁੱਖ ਇਕੱਠੇ ਕੀਤੇ ਨੇ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁੱਖ ਪੈਰਹਰ ਸੁੱਖ ਘਰ ਲੈ ਜਾਏ। ਦੁੱਖ ਤੋਂ ਛੁੱਟ ਕੇ ਤੁਸੀਂ ਸੁੱਖ ਘਰ ਲੈ ਜਾਓਗੇ। ਜੇਕਰ ਤੁਸੀਂ ਦੁਖੀ ਹੋ ਤਾਂ ਸਿਰਫ ਇਸ ਲਈ ਹੋ ਕਿ ਤੁਸੀਂ ਪਰਮਾਤਮਾ ਨੂੰ ਛੱਡ ਕੇ ਜ਼ਿੰਦਗੀ ਚਲਾ ਰਹੇ ਹੋ। ਉਸ ਨੂੰ ਤੁਸੀਂ ਪਿੱਛੇ ਕਰ ਰੱਖਿਆ। ਤੁਸੀਂ ਆਪਣੇ ਆਪ ਨੂੰ ਬਹੁਤੇ ਹੁਸ਼ਿਆਰ ਸਮਝ ਰੱਖਿਆ। ਤੁਸੀਂ ਜ਼ਰੂਰ ਤੋਂ ਜ਼ਿਆਦਾ ਆਪਣੇ ਉੱਤੇ ਭਰੋਸਾ ਕਰ ਰਹੇ ਹੋ, ਇਸ ਲਈ ਦੁਖੀ ਹੋ। ਦੁਖੀ ਹੋਣ ਦਾ ਹੋਰ ਕਾਰਨ ਨਹੀਂ ਹੈ, ਸੁੱਖ ਦਾ ਵੀ ਹੋਰ ਕਾਰਨ ਨਹੀਂ ਹੈ। ਜਿਸ ਦਿਨ ਤੁਸੀਂ ਆਪਣੀ ਅਕਲਮੰਦੀ, ਆਪਣੀ ਹੁਸ਼ਿਆਰੀ ਛੱਡ ਦਿਓਗੇ, ਉਸ ਦਿਨ ਵੇਖਣ ਲੱਗੋਗੇ, ਫਿਰ ਜ਼ਿਆਦਾ ਉਸ ਦੇ ਵਿੱਚ ਜੀਓਗੇ, ਆਪਣੇ ਆਪ ਵਿੱਚ ਘੱਟ। ਕੀ ਜ਼ਰੂਰਤ ਹੈ ਪਤਨੀ ਵਿੱਚ ਤੁਸੀਂ ਪਤਨੀ ਹੀ ਵੇਖੋ, ਕਿਉਂ ਨਾ ਪਰਮਾਤਮਾ ਨੂੰ ਵੇਖੋ ਉਸ ਵਿੱਚ। ਕੀ ਜ਼ਰੂਰਤ ਹੈ ਤੁਸੀਂ ਆਪਣੇ ਪੁੱਤਰ ਵਿੱਚ ਪੁੱਤਰ ਨੂੰ ਹੀ ਵੇਖੋ, ਕਿਉਂ ਨਾ ਪਰਮਾਤਮਾ ਨੂੰ ਪੁੱਤਰ ਵਿੱਚ ਵੀ ਵੇਖੋ। ਜਿਵੇਂ ਹੀ ਦ੍ਰਿਸ਼ਟੀ ਬਦਲਦੀ ਹੈ ਉਵੇਂ ਹੀ ਸੁੱਖ ਆਉਣਾ ਸ਼ੁਰੂ ਹੁੰਦਾ ਹੈ। ਕੱਲ੍ਹ ਜੇਕਰ ਤੁਹਾਡਾ ਪੁੱਤਰ ਮਰ ਜਾਏਗਾ ਤਾਂ ਤੁਸੀਂ ਦੁਖੀ ਹੋਵੋਗੇ। ਇਸ ਲਈ ਨਹੀਂ ਕਿ ਪੁੱਤਰ ਮਰ ਗਿਆ, ਇਸ ਲਈ ਕਿ ਤੁਹਾਡੀ ਦ੍ਰਿਸ਼ਟੀ ਵਿੱਚ ਭਰਮ ਸੀ। ਤੁਸੀਂ ਸੋਚਦੇ ਸੀ ਮੇਰਾ ਪੁੱਤਰ। ਜੇਕਰ ਤੁਸੀਂ ਪਹਿਲਾਂ ਤੋਂ ਜਾਣਿਆ ਹੁੰਦਾ ਪਰਮਾਤਮਾ ਦਾ ਪੁੱਤਰ, ਤੁਸੀਂ ਕਹਿੰਦੇ ਜਦ ਉਸ ਦੀ ਮਰਜ਼ੀ ਸੀ ਭੇਜਿਆ, ਉਸ ਦੀ ਮਰਜ਼ੀ ਹੋਈ ਲੈ ਗਿਆ। ਉਸ ਦਾ ਹੁਕਮ ਤੁਸੀਂ ਹਰ ਹਾਲ ਵਿੱਚ ਰਾਜ਼ੀ ਰਹੋਗੇ, ਕਿਉਂਕਿ ਉਸ ਦਾ ਪੁੱਤਰ ਸੀ, ਉਹਨੇ ਭੇਜਿਆ ਸੀ, ਉਹ ਲੈ ਗਿਆ। ਜਿੰਨੇ ਦਿਨ ਭੇਜਿਆ ਉਹਦੀ ਕਿਰਪਾ, ਸ਼ਿਕਾਇਤ ਕਿਸ ਨੇ ਕਰਨੀ ਹੈ। ਜਦ ਬੁਲਾ ਲਿਆ ਉਹਦੀ ਮਰਜ਼ੀ, ਸਾਡਾ ਕੁਝ ਹੈ ਹੀ ਨਹੀਂ। ਸਭ ਕੁਝ ਉਸੇ ਦਾ ਹੈ। ਫਿਰ ਤੁਸੀਂ ਕਿਵੇਂ ਰੋਵੋਗੇ, ਕਿਵੇਂ ਚਿੰਤਾ ਕਰੋਗੇ, ਕਿਵੇਂ ਸੰਤਾਪ ਕਰੋਗੇ। ਦੇਵੇ ਤਾਂ ਤੁਸੀਂ ਰਾਜ਼ੀ ਰਹੋਗੇ, ਲੈ ਲਵੇ ਤਾਂ ਤੁਸੀਂ ਰਾਜ਼ੀ ਨਹੀਂ ਰਹੋਗੇ। ਇਹੀ ਤੁਹਾਡਾ ਰਾਜ ਹੈ। ਪਰਮਾਤਮਾ ਦੇ ਰਾਹ ਨਿਰਾਲੇ ਨੇ। ਕਦੀ ਉਹ ਤੁਹਾਨੂੰ ਦਿੰਦਾ ਹੈ, ਦੇਣ ਦੇ ਰਾਹੀਂ ਤੁਹਾਨੂੰ ਬਣਾਉਂਦਾ ਹੈ। ਕਦੇ ਉਹ ਲੈ ਲੈਂਦਾ, ਲੈਣ ਦੇ ਬਹਾਨੇ ਤੁਹਾਡਾ ਵਿਕਾਸ ਕਰਦਾ ਹੈ। ਕਦੇ ਜ਼ਰੂਰਤ ਹੁੰਦੀ ਹੈ ਤੁਹਾਨੂੰ ਦੁੱਖ ਮਿਲਦਾ, ਕਿਉਂਕਿ ਦੁੱਖ ਤੁਹਾਨੂੰ ਚੇਤੇ ਕਰਾਉਂਦਾ ਹੈ, ਹੋਸ਼ ਲਿਆਉਂਦਾ ਹੈ। ਸੁੱਖ ਵਿੱਚ ਤੁਸੀਂ ਸੌਂ ਜਾਂਦੇ ਹੋ, ਗੁਆਚ ਜਾਂਦੇ ਹੋ। ਦੁੱਖ ਵਿੱਚ ਤੁਸੀਂ ਜਾਗ ਪੈਂਦੇ ਹੋ। ਇੱਕ ਸੂਫੀ ਫਕੀਰ ਹੋਇਆ, ਹਸਨ ਉਸ ਦਾ ਨਾਂ ਸੀ। ਉਹਦੇ ਚੇਲੇ ਨੇ ਇੱਕ ਦਿਨ ਪੁੱਛਿਆ ਕਿ ਸੁੱਖ ਕੀ ਹੈ। ਇਹ ਤਾਂ ਸਮਝ ਵਿੱਚ ਆਉਂਦਾ ਹੈ, ਕਿਉਂਕਿ ਪਰਮਾਤਮਾ ਹੈ, ਉਹ ਪਿਤਾ ਹੈ,
ਤਾਂ ਉਹ ਸੁੱਖ ਦੇ ਰਿਹਾ ਹੈ, ਪਰ ਦੁੱਖ ਕਿਉਂ? ਦੁੱਖ ਸਮਝ ਵਿੱਚ ਨਹੀਂ ਆਉਂਦਾ। ਹਸਨ ਆਪਣੀ ਬੇੜੀ ਵਿੱਚ ਬੈਠਾ ਸੀ, ਦੂਜੇ ਪਾਰ ਜਾ ਰਿਹਾ ਸੀ। ਉਸ ਨੇ ਚੇਲੇ ਨੂੰ ਵੀ ਬੇੜੀ ਵਿੱਚ ਬਿਠਾ ਲਿਆ, ਕੁਝ ਬੋਲਿਆ ਨਹੀਂ। ਇੱਕ ਹੀ ਚੱਪੂ ਨਾਲ ਬੇੜੀ ਚਲਾਉਣੀ ਸ਼ੁਰੂ ਕੀਤੀ। ਬੇੜੀ ਗੋਲ ਗੋਲ ਘੁੰਮਣ ਲੱਗੀ। ਉਸ ਨੌਜਵਾਨ ਨੇ ਕਿਹਾ, ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ? ਜੇਕਰ ਇੱਕ ਹੀ ਚੱਪੂ ਨਾਲ ਬੇੜੀ ਤੋਰੀ ਜਾਓਗੇ ਤਾਂ ਭਟਕਦੇ ਰਹੋਗੇ। ਇਸ ਹੀ ਕੰਡੇ 'ਤੇ ਗੋਲ ਗੋਲ ਘੁੰਮਦੇ ਰਹਾਂਗੇ। ਦੂਜਾ ਚੱਪੂ ਖਰਾਬ ਹੈ, ਜਾਂ ਤੁਹਾਡਾ ਹੱਥ ਨਹੀਂ ਕੰਮ ਕਰ ਰਿਹਾ, ਜਾਂ ਹੱਥ ਵਿੱਚ ਦਰਦ ਹੈ, ਮੈਂ ਚਲਾਵਾਂ? ਤਾਂ ਹਸਨ ਨੇ ਕਿਹਾ, ਤੂੰ ਤਾਂ ਸਮਝਦਾਰ ਹੈ, ਮੈਂ ਤਾਂ ਸਮਝਿਆ ਕਿ ਨਾ ਸਮਝਿਆ। ਜੇਕਰ ਸੁੱਖ ਹੀ ਸੁੱਖ ਹੋਏਗਾ ਤਾਂ ਬੇੜੀ ਗੁਲਾਈ ਵਿੱਚ ਘੁੰਮਦੀ ਰਹੇਗੀ, ਕਿਤੇ ਪੁੱਜੇਗੀ ਨਹੀਂ। ਉਸ ਨੂੰ ਸਾਧਨ ਲਈ ਦੂਜਾ ਚਾਹੀਦਾ ਹੈ। ਦੋ ਚੱਪੂਆਂ ਨਾਲ ਬੇੜੀ ਚੱਲਦੀ ਹੈ, ਦੋ ਪੈਰਾਂ ਨਾਲ ਆਦਮੀ ਤੁਰਦਾ ਹੈ, ਦੋ ਹੱਥਾਂ ਨਾਲ ਜੀਵਨ ਚੱਲਦਾ ਹੈ। ਦਿਨ ਅਤੇ ਰਾਤ ਚਾਹੀਦੇ ਹਨ, ਸੁੱਖ ਅਤੇ ਦੁੱਖ ਚਾਹੀਦੇ ਹਨ, ਜਨਮ ਅਤੇ ਮੌਤ ਚਾਹੀਦੀ ਹੈ, ਨਹੀਂ ਤਾਂ ਬੇੜੀ ਘੁੰਮਦੀ ਰਹੇਗੀ, ਭੰਬਰ ਬਣ ਜਾਵੇਗੀ, ਤੁਸੀਂ ਕਿਤੇ ਪੁੱਜੋਗੇ ਨਹੀਂ। ਜਦ ਕੋਈ ਚੰਗੀ ਤਰ੍ਹਾਂ ਵੇਖਣ ਲੱਗਦਾ ਹੈ, ਸਾਰਿਆਂ ਵਿੱਚ ਹੀ ਉਹ ਹੈ। ਜਦ ਤੁਸੀਂ ਉਹਦੇ ਵਿੱਚ ਦੁੱਖ ਨੂੰ ਵੀ ਆਹੋ ਭਾਵ ਨਾਲ ਸਵੀਕਾਰ ਕਰਦੇ ਹੋ, ਤਦ ਤੁਸੀਂ ਉਹਦੇ ਸੁੱਖ ਨੂੰ ਵੀ ਸਵੀਕਾਰ ਕਰਦੇ ਹੋ, ਉਹਦੇ ਦੁੱਖ ਨੂੰ ਵੀ ਸਵੀਕਾਰ ਕਰਦੇ ਹੋ। ਜਦ ਤੁਸੀਂ ਦੋਨਾਂ ਨੂੰ ਇੱਕ ਸਮਾਨ ਭਾਵ ਨਾਲ ਅੰਗੀਕਾਰ ਕਰਦੇ ਹੋ, ਤਦ ਨਾ ਸੁੱਖ ਸੁੱਖ ਰਹਿ ਜਾਂਦਾ, ਨਾ ਦੁੱਖ ਦੁੱਖ ਰਹਿ ਜਾਂਦਾ। ਉਸੇ ਦੀ ਭੇਦ ਰੇਖਾ ਗਵਾਚ ਜਾਂਦੀ ਹੈ। ਜਦ ਤੁਸੀਂ ਦੋਹਾਂ ਨੂੰ ਇੱਕੋ ਜਿਹੇ ਭਾਵ ਨਾਲ ਵੇਖਦੇ ਹੋ, ਤੁਹਾਡਾ ਸੁੱਖ ਨਾਲ ਬਹੁਤਾ ਲਗਾਓ, ਦੁੱਖ ਨਾਲ ਵਿਰੋਧ ਟੁੱਟ ਜਾਂਦਾ। ਤੁਸੀਂ ਉਸੇ ਵੇਲੇ ਵੱਖਰੇ ਹੋ ਜਾਂਦੇ ਹੋ, ਤੁਸੀਂ ਤੀਜੇ ਹੋ ਜਾਂਦੇ ਹੋ, ਤੁਸੀਂ ਸਾਕਸ਼ੀ ਭਾਵ ਨਾਲ ਉਪਲਬਧ ਹੋ ਜਾਂਦੇ ਹੋ। ਦੁੱਖ ਤੋਂ ਛੁੱਟ ਕੇ ਤਦ ਤੁਸੀਂ ਸੁੱਖ ਕਰ ਲੈ ਜਾਓਗੇ। ਗੁਰੂ ਬਾਣੀ ਨਾਦ ਹੈ, ਗੁਰੂ ਬਾਣੀ ਵੇਦ ਹੈ। ਉਹ ਪਰਮਾਤਮਾ ਗੁਰੂ ਬਾਣੀ ਵਿੱਚ ਸਮਾਇਆ ਹੋਇਆ ਹੈ। ਗੁਰੂ ਸ਼ਿਵ, ਗੁਰੂ ਵਿਸ਼ਨੂੰ, ਗੁਰੂ ਹੀ ਮਹਿਮਾ ਹੈ। ਜੋ ਵੀ ਮੈਂ ਜਾਣਦਾ ਹਾਂ, ਜੇਕਰ ਮੈਂ ਤੁਹਾਨੂੰ ਪੂਰਾ ਵੀ ਜਾਣਦਾ ਤਾਂ ਵੀ ਉਹਦਾ ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਹ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ। ਪਰ ਇੱਕ ਗੁਰੂ ਨਾਲ ਸਾਰੀ ਬੁਝਾਰਤ ਹੱਲ ਹੋ ਜਾਂਦੀ ਹੈ। ਉਹ ਗੁਰੂ ਹੈ, ਸਾਰੇ ਪ੍ਰਾਣੀਆਂ ਦਾ ਇੱਕੋ ਦਾਤਾ ਹੈ। ਮੈਂ ਉਸ ਨੂੰ ਨਾ ਭੁੱਲ ਜਾਵਾਂ। ਇਸ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ। ਨਾਨਕ ਨੇ ਗੁਰੂ ਨੂੰ ਬਹੁਤ ਵੱਡੀ ਮਹਿਮਾ ਦੱਸੀ ਹੈ। ਸਾਰੇ ਸੰਤਾਂ ਨੇ ਗੁਰੂ ਨੂੰ ਬਹੁਤ ਵੱਡੀ ਮਹਿਮਾ ਦਿੱਤੀ ਹੈ। ਸ਼ਾਸਤਰਾਂ ਤੋਂ ਉੱਤੇ ਗੁਰੂ ਨੂੰ ਰੱਖਿਆ ਹੈ। ਜੇਕਰ ਗੁਰੂ ਕੁਝ ਕਵੇ, ਵੇਦ ਵਿੱਚ ਵੀ ਨਾ ਮਿਲੇ, ਤਾਂ ਵੇਦ ਛੱਡ ਦਿਓ, ਕਿਉਂਕਿ ਗੁਰੂ ਦੀ ਬਾਣੀ ਵੇਦ ਹੈ। ਜੇਕਰ ਗੁਰੂ ਕੁਝ ਕਹੇ, ਸ਼ਾਸਤਰ ਮੁਤਾਬਕ ਨਾ ਹੋਵੇ, ਕਿਸ ਨੂੰ ਛੱਡੋਗੇ? ਸ਼ਾਸਤਰ ਨੂੰ ਛੱਡ ਦਿਓ, ਕਿਉਂਕਿ ਗੁਰੂ ਜਿਉਂਦਾ ਸ਼ਾਸਤਰ ਹੈ। ਗੁਰੂ ਦਾ ਇੰਨਾ ਮੁੱਲ ਸੰਤਾਂ ਨੇ ਦਿੱਤਾ ਹੈ ਕਿ ਕੋਈ ਮੁੱਲ ਨਹੀਂ ਬਚਦਾ। ਕੁਝ ਗੱਲਾਂ ਸਮਝ ਲੈਣੀਆਂ ਜ਼ਰੂਰੀ ਨੇ। ਪਹਿਲੀ ਗੱਲ, ਵੇਦ ਵੀ ਗੁਰੂਆਂ ਦੇ ਵਚਨ ਹਨ, ਲੇਕਿਨ ਉਹ ਗੁਰੂ ਅੱਜ ਮੌਜੂਦ ਨਹੀਂ ਹਨ, ਨਾ ਹੀ ਵਚਨ ਸ਼ੁੱਧ ਰਹਿ ਗਏ ਹਨ। ਵਚਨ ਸ਼ੁੱਧ ਰਹਿ ਨਹੀਂ ਸਕਦੇ, ਕਿਉਂਕਿ ਇਕੱਠਾ ਕਰਨ ਵਾਲੇ ਆਪਣੇ ਵਿਚਾਰਾਂ ਨੂੰ ਮਿਲਾਉਣਗੇ ਹੀ। ਇਹ ਉਹਨਾਂ ਦੀ ਮਜਬੂਰੀ ਹੈ। ਉਹ ਜਾਣ ਬੁੱਝ ਕੇ ਮਿਲਾਉਂਦੇ ਹਨ, ਇਹ ਵੀ ਨਹੀਂ, ਉਹ ਮਿਲਾਉਣਗੇ ਹੀ ਤੁਹਾਨੂੰ। ਜੇਕਰ ਮੈਂ ਕੋਈ ਗੱਲ ਕਹਾਂ ਕਿ ਜਾ ਕੇ ਗੁਆਂਢੀ ਨੂੰ ਕਹਿ ਦਿਓ, ਵਿੱਚੋਂ ਗੱਲ ਦੇ ਕੁਝ ਘਟ ਜਾਏਗਾ, ਕੁਝ ਜੁੜੇਗਾ, ਗੱਲ ਦਾ ਰੂਪ ਵਿਗੜ ਜਾਏਗਾ। ਜੇਕਰ ਤੁਸੀਂ ਸ਼ਬਦ ਵੀ ਉਹੀ ਵਰਤੋਂ 100% ਜਿਹੜੇ ਮੈਂ ਕਹੇ ਨੇ, ਤਾਂ ਵੀ ਟੋਨ, ਕਹਿਣ ਦਾ ਢੰਗ, ਸਭ ਕੁਝ ਬਦਲ ਜਾਏਗਾ। ਫਿਰ ਤੁਸੀਂ ਜਦ ਬੋਲੋਗੇ, ਤੁਹਾਡਾ ਅਨੁਭਵ, ਤੁਹਾਡਾ ਗਿਆਨ, ਤੁਹਾਡੀ ਸਮਝ ਉਹਨਾਂ ਸ਼ਬਦਾਂ ਵਿੱਚ ਭਰ ਜਾਵੇਗੀ। ਮੈਂ ਤੁਹਾਨੂੰ ਫੁੱਲ ਦੇ ਦੇਵਾਂ ਹੱਥ ਵਿੱਚ, ਤੁਸੀਂ ਉਸ ਫੁੱਲ ਨੂੰ ਆਪਣੇ ਹੱਥ ਵਿੱਚ ਲੈ ਜਾਓ ਕਿਸੇ ਨੂੰ ਦੇਣ ਲਈ, ਪਰ ਤੁਹਾਡੇ ਸਰੀਰ ਦੀ ਗੰਧ ਵੀ ਤਾਂ ਉਸ ਫੁੱਲ ਨੂੰ ਫੜ ਲਵੇਗੀ ਹੀ। ਜਿਵੇਂ ਤੁਹਾਡਾ ਹੱਥ ਫੁੱਲ ਦੀ ਸੁਗੰਧ ਨੂੰ ਫੜ ਲੈਂਦਾ ਹੈ, ਉਵੇਂ ਫੁੱਲ ਤੁਹਾਡੀ ਦੇਹ ਨੂੰ ਵੀ ਫੜ ਲਵੇਗੀ, ਤੁਹਾਡੀ ਗੰਧ ਨੂੰ ਵੀ ਫੜ ਲਵੇਗੀ। ਉਹ ਫੁੱਲ ਉਹੀ ਨਹੀਂ ਰਹਿ ਗਿਆ ਜਿਹੜਾ ਮੈਂ ਦਿੱਤਾ ਸੀ।
ਜੇਕਰ ਹਜ਼ਾਰਾਂ ਹੱਥਾਂ ਵਿੱਚੋਂ ਫੁੱਲ ਲੰਘਿਆ ਤਾਂ ਹਜ਼ਾਰਾਂ ਦੇਹਾਂ ਦੀ ਗੰਧ ਫੜੀ ਜਾਏਗੀ। ਜੇਕਰ ਦੁਬਾਰਾ ਉਹ ਫੁੱਲ ਹੀ ਮੇਰੇ ਕੋਲ ਆਏ ਤਾਂ ਮੈਂ ਪਹਿਚਾਣ ਨਹੀਂ ਸਕਾਂਗਾ। ਇਹ ਉਹੀ ਫੁੱਲ ਹੈ ਜਿਹੜਾ ਮੈਂ ਦਿੱਤਾ ਸੀ। ਨਾ ਤਾਂ ਉਸ ਦੇ ਵਿੱਚ ਉਹ ਸੁਗੰਧ ਰਹਿ ਜਾਵੇਗੀ ਜਿਹੜੀ ਮੈਂ ਦਿੱਤੀ ਸੀ, ਕਿਉਂਕਿ ਇਹ ਗਵਾਚ ਗਈ ਹਜ਼ਾਰਾਂ ਹੱਥਾਂ ਵਿੱਚ। ਨਾ ਉਹਦੀ ਸ਼ਕਲ ਉਹ ਰਹਿ ਜਾਏਗੀ ਜਿਹੜੀ ਮੈਂ ਦਿੱਤੀ ਸੀ, ਉਹ ਟੁੱਟ ਫੁੱਟ ਜਾਏਗਾ, ਉਹਦੀਆਂ ਪੱਤੀਆਂ ਡਿੱਗ ਪੈਣਗੀਆਂ। ਅਧੂਰਾ ਫੁੱਲ ਮੇਰੇ ਕੋਲ ਨਾ ਲਿਆਇਆ ਜਾਵੇ, ਇਸ ਲਈ ਲੋਕ ਦੂਜੀਆਂ ਪੱਤੀਆਂ ਉਹਦੇ ਵਿੱਚ ਜੋੜ ਕੇ ਲੈ ਆਉਣਗੇ ਤਾਂ ਕਿ ਫੁੱਲ ਪੂਰਾ ਹੋ ਜਾਏ। ਵੇਦ ਗੁਰੂ ਵਚਨ ਹਨ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਹਾ, ਪਰ ਫਿਰ ਹਜ਼ਾਰਾਂ ਹਜ਼ਾਰਾਂ ਸਾਲ ਬੀਤ ਗਏ ਹਨ, ਉਹਨਾਂ ਵਿੱਚ ਬਹੁਤ ਕੁਝ ਜੁੜ ਗਿਆ ਹੈ, ਬਹੁਤ ਕੁਝ ਹਟ ਗਿਆ ਹੈ। ਇਸ ਲਈ ਜਿਉਂਦੇ ਗੁਰੂ ਨੂੰ ਲੱਭ ਲੈਣਾ ਪਰਮ ਸੁਭਾਗ ਹੈ। ਕਿਤਾਬ ਤਾਂ ਬੇਹੀ ਹੋ ਜਾਂਦੀ ਹੈ, ਬੇਹੀ ਹੋ ਹੀ ਜਾਏਗੀ। ਫਿਰ ਹੋਰ ਮਜ਼ੇ ਦੀ ਗੱਲ ਹੈ ਕਿ ਕਿਤਾਬ ਨੂੰ ਜਦ ਤੁਸੀਂ ਪੜ੍ਹੋਗੇ ਤਾਂ ਤੁਸੀਂ ਹੀ ਉਸ ਦੇ ਅਰਥ ਕੱਢੋਗੇ। ਅਰਥ ਕੌਣ ਕੱਢੇਗਾ? ਤੁਸੀਂ ਹੀ ਪੜ੍ਹੋਗੇ, ਤੁਸੀਂ ਹੀ ਅਰਥ ਕੱਢੋਗੇ। ਅਰਥ ਤੁਹਾਡੇ ਤੋਂ ਬਹੁਤੇ ਨਹੀਂ ਹੋਣਗੇ, ਤੁਹਾਡੀ ਸਮਝ ਤੋਂ ਪਾਰ ਨਹੀਂ ਹੋਣਗੇ। ਤੁਸੀਂ ਆਪਣੇ ਹੀ ਅਰਥ ਨੂੰ ਕਿਤਾਬ ਉੱਤੇ ਥੋਪ ਦਿਓਗੇ ਤਾਂ ਗੁਰੂ ਤੁਹਾਡੀ ਕਿਤਾਬ ਨਹੀਂ ਹੋਈ, ਤੁਸੀਂ ਹੀ ਗੁਰੂ ਬਣ ਗਏ ਕਿਤਾਬ ਦੇ। ਸ਼ਾਸਤਰ ਨੂੰ ਤੁਸੀਂ ਨਹੀਂ ਪੜ੍ਹਿਆ, ਤੁਸੀਂ ਸ਼ਾਸਤਰ ਨੂੰ ਹੀ ਪੜ੍ਹਾਉਣ ਲੱਗ ਗਏ। ਇਸ ਲਈ ਤਾਂ ਇੰਨੀਆਂ ਵਿਆਖਿਆਵਾਂ ਹਨ, ਗੀਤਾ ਦੀਆਂ ਹਜ਼ਾਰਾਂ ਵਿਆਖਿਆਵਾਂ ਹਨ। ਜੋ ਵੀ ਪੜ੍ਹਦਾ ਹੈ ਆਪਣਾ ਅਰਥ ਕਰਦਾ ਹੈ। ਕ੍ਰਿਸ਼ਨ ਖਲੋਤੇ ਨਹੀਂ ਹਨ ਵਿਚਕਾਰ ਕੇ ਰੋਕਣ, ਭਾਈ ਇਹ ਮੇਰਾ ਅਰਥ ਨਹੀਂ ਹੈ। ਕ੍ਰਿਸ਼ਨ ਦਾ ਤਾਂ ਇੱਕ ਹੀ ਅਰਥ ਰਿਹਾ ਹੋਏਗਾ, ਹਜ਼ਾਰਾਂ ਅਰਥ ਨਹੀਂ ਹੋ ਸਕਦੇ। ਹਜ਼ਾਰਾਂ ਅਰਥ ਜੇ ਕ੍ਰਿਸ਼ਨ ਦੇ ਸਨ ਤਾਂ ਅਰਜੁਨ ਪਾਗਲ ਹੋ ਜਾਣਾ ਚਾਹੀਦਾ ਸੀ। ਕ੍ਰਿਸ਼ਨ ਦਾ ਤਾਂ ਇੱਕ ਪੱਖਾ ਅਰਥ ਰਿਹਾ ਹੋਏਗਾ, ਪਰ ਕੌਣ ਕਹੇ ਕਿ ਉਹ ਅਰਥ ਕੀ ਸੀ? ਅਰਜੁਨ ਵੀ ਨਹੀਂ ਕਹਿ ਸਕਦਾ ਜਿਸ ਨੇ ਸੁਣਿਆ ਸੀ, ਕਿਉਂਕਿ ਉਹ ਵੀ ਜੋ ਕਹੇਗਾ ਬਦਲ ਜਾਏਗਾ। ਅੱਜ ਇੰਨਾ ਹੀ। ਅੱਜ ਦੀ ਕਥਾ ਵਿੱਚ ਕੁਝ ਮਿਸਟੇਕਸ ਹੋਈਆਂ ਨੇ ਸਿਹਤ ਠੀਕ ਨਾ ਹੋਣ ਕਰਕੇ, ਸੋ ਮਾਫੀ ਜੀ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਸੋ ਧੰਨਵਾਦ।